ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ ਤਖਤ ਛਤਰ ਚਵਰ ਦੇ ਮਾਲਕ ਲੋਕ ਪਰਲੋਕ ਸਹਾਏ। ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੂਜਹਾਂ ਮਾਲਕ ਗੱਦੀ ਤੇ ਬਿਰਾਜਮਾਨ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਪਵਿੱਤਰ ਗੋਦ ਦਾ ਨਿਗਮਾਨ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਆਪ ਵੱਡੇ ਭਾਗਾਂ ਵਾਲਿਓ, ਅੱਜ ਸੰਗਰਾਂਦ ਦੇ ਪਾਵਨ ਪਵਿੱਤਰ ਦਿਹਾੜੇ ਤੇ ਭਾਦਰੋਂ ਦੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਨਵੇਂ ਮਹੀਨੇ ਦੀ ਸ਼ੁਰੂਆਤ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਦੇ ਮਹਾਵਾਕਾ ਅਨੁਸਾਰ ਗੁਰੂ ਨਾਨਕ ਦੀ ਜੋਤ ਪੰਜਵਾਂ ਜਾਮਾ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ 12 ਮਾਹ ਮਾਝ ਰਾਗ ਦੇ ਅੰਦਰ ਜੋ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਅੰਗ 133 ਦੇ ਉੱਪਰ ਸੁਭਾਏਮਾਨ ਹੋ ਉਸ ਬਾਣੀ ਦੀ ਕਥਾ ਵਿਚਾਰ ਦੇ ਨਾਲ ਸ਼ਬਦ ਅਰਥ ਦੇ ਨਾਲ ਜੁੜ ਕੇ ਨਵੇਂ ਮਹੀਨੇ ਦੀ ਸ਼ੁਰੂਆਤ ਕਰ ਰਹੀ ਹੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਵੱਡੇ ਭਾਗਾਂ ਵਾਲਿਓ, ਜਿੱਥੇ ਆਪ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ ਸੰਗਰਾਂਦ ਦੇ ਪਾਵਨ ਪਵਿੱਤਰ ਦਿਹਾੜੇ ਤੇ ਜੋ ਉਪਦੇਸ਼ ਭਾਦੋ ਮਹੀਨੇ ਦੇ ਅੰਦਰ ਗੁਰ ਅਰਜਨ ਦੇਵ ਜੀ ਮਹਾਰਾਜ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਦੇ ਵਾਸਤੇ ਬਖਸ਼ਿਸ਼ ਕਰਦੇ ਨੇ, ਆਪਾਂ ਉਸ ਸ਼ਬਦ ਦੀ ਵਿਚਾਰ ਦੇ ਨਾਲ ਉਸ ਪੌੜੀ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੱਧ ਤੋਂ ਵੱਧ ਸਾਧ ਸੰਗਤ ਦੇ ਨਾਲ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਸੱਜਣਾ ਮਿੱਤਰਾਂ ਦੋਸਤਾਂ ਦੇ ਨਾਲ ਵੀਡੀਓ ਨੂੰ ਸਾਂਝਾ ਕਰੋ ਤਾਂ ਜੋ ਵੱਧ ਤੋਂ ਵੱਧ ਸੰਗਤ ਗੁਰਬਾਣੀ ਦਾ ਲਾਹਾ ਲੈ ਸਕੇ ਤੇ ਆਪਣਾ ਜੀਵਨ ਸਫਲ ਕਰ ਸਕੇ। ਸਾਧ ਸੰਗਤ ਜੀ, ਦੁਨਿਆਵੀ ਵਿਚਾਰਾਂ ਨੂੰ ਆਪਾਂ ਇੱਥੇ ਹੀ ਸੰਕੋਚਦੇ ਹਾਂ। ਧੁਰ ਕੀ ਬਾਣੀ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਹਾਜ਼ਰੀਆਂ ਲਵਾਓ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਲੈ ਚੱਲੋ ਆਪਣੀਆਂ ਮਨ ਬਿਰਤੀਆਂ ਨੂੰ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਬੈਠ ਜਾਵੋ ਚੌਂਕੜੇ ਮਾਰ ਕੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਭਾਦੋਏ ਭਰਮ ਭੁਲਾਣੀਆਂ ਦੂਜੇ ਲਗਾ ਹੇਤ। ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਭਾਦੋਏ ਤੋਂ ਭਾਵ ਭਾਦਰੋਂ ਦੇ ਮਹੀਨੇ ਵਿੱਚ ਭਰਮ ਭਟਕਣਾ ਭੁਲਾਣੀਆਂ ਕੁਰਾਹੇ ਪੈ ਜਾਂਦੀਆਂ ਨੇ। ਹੇਤ ਕਹਿੰਦੇ ਸਾਧ ਸੰਗਤ ਜੀ ਪਿਆਰ ਨੂੰ। ਜਿਵੇਂ ਭਾਦਰੋਂ ਦੇ ਤ੍ਰਕੱਟੇ ਤੇ ਘੁੰਮੇ ਵਿੱਚ ਮਨੁੱਖ ਬਹੁਤ ਘਬਰਾਉਂਦਾ ਹੈ, ਤਿਵੇਂ ਜਿਸ ਜੀਵ ਇਸਤਰੀ ਦਾ ਪਿਆਰ ਪ੍ਰਭੂ ਪਤੀ ਤੋਂ ਬਿਨਾਂ, ਮਾਲਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਨਾਲ ਲੱਗਦਾ ਹੈ, ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ। ਭਾਦਰੋਂ ਦੇ ਮਹੀਨੇ ਦੇ ਵਿੱਚ ਵਰਖਾ ਰੁੱਤ ਦਾ ਜਿਹੜਾ ਦੂਜਾ ਮਹੀਨਾ ਹੁੰਦਾ, ਪਹਿਲਾ ਮਹੀਨਾ ਸਾਧ ਸੰਗਤ ਜੀ ਸਾਉਣ ਦਾ ਹੁੰਦਾ, ਜਿਹੜਾ ਵਰਖਾ ਰੁੱਤ ਦਾ ਹੁੰਦਾ ਏ। ਤੇ ਭਾਦਰੋਂ ਦੇ ਮਹੀਨੇ ਵਿੱਚ ਵੀ ਲਗਭਗ ਬਹੁਤ ਬਾਰਿਸ਼ ਹੁੰਦੀ ਹੈ। ਕਾਲੀਆਂ ਘਟਾਂ ਅਸਮਾਨ ਦੇ ਵਿੱਚ ਚੜ ਚੜ ਕੇ ਆਉਂਦੀਆਂ ਨੇ, ਬਿਜਲੀਆਂ ਚਮਕਦੀਆਂ ਨੇ ਤੇ ਰਾਤਾਂ ਹਨੇਰੀਆਂ ਹੁੰਦੀਆਂ ਨੇ। ਜੋ ਸਖੀਆਂ ਆਪਣੇ ਪਤੀ ਤੋਂ ਵਿਛੜੀਆਂ ਹੁੰਦੀਆਂ ਹਨ, ਉਹਨਾਂ ਨੂੰ ਬੜਾ ਭੈ ਆਉਂਦਾ ਏ ਇਸ ਮਹੀਨੇ ਵਿੱਚ। ਸਾਧ ਸੰਗਤ ਜੀ, ਸੱਪ ਆਦਿਕ ਬਹੁਤ ਹੁੰਦੇ ਨੇ, ਜ਼ਹਿਰ ਵਿੱਚ ਮਸਤੇ ਹੋਏ ਡੰਗਦੇ ਨੇ, ਮਿਲਦੇ ਫਿਰਦੇ ਨੇ।
ਬਦਲਾਂ ਨੂੰ ਵੇਖ ਕੇ ਮੋਰ ਬੋਲਦੇ ਨੇ, ਬਬੀਹੇ ਤੇ ਡੱਡੂ ਵੀ ਬੋਲਦੇ ਨੇ। ਉੱਚੇ ਥਾਵਾਂ ਤੋਂ ਪਾਣੀ ਢਲ ਕੇ ਨੀਵੇਂ ਥਾਵਾਂ ਵਿੱਚ ਇਕੱਠਾ ਹੋ ਜਾਂਦਾ ਹੈ। ਤਲਾਅ ਆਦਿਕ ਲਬਾਲਬ ਭਰ ਜਾਂਦੇ ਨੇ। ਧਰਤੀ ਵਿੱਚ ਹਰਿਆਵਲਤਾ ਬਹੁਤ ਹੁੰਦੀ ਹੈ ਤੇ ਮੱਛਰ ਆਦਿਕ ਬਹੁਤ ਹੋ ਜਾਂਦਾ ਹੈ। ਸਾਧ ਸੰਗਤ ਜੀ, ਪਰ ਜਿਹੜੀ ਜੀਵ ਇਸਤਰੀ ਪ੍ਰਭੂ ਦੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਕਿਸੇ ਹੋਰ ਨਾਲ ਲੱਗਦਾ ਹੈ, ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ। ਭਾਦਰੋਂ ਦੇ ਮਹੀਨੇ ਦੁਆਰਾ ਇਸ ਸ਼ਬਦ ਦੇ ਵਿੱਚ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਜਿਵੇਂ ਉਹ ਔਰਤ ਜਿਸ ਦਾ ਆਪਣੇ ਪਤੀ ਦੇ ਪ੍ਰੇਮ ਨੂੰ ਛੱਡ ਕੇ ਭਰਮ ਦੇ ਕਾਰਨ ਪਤੀ ਦੇ ਨਾਲੋਂ ਦੂਸਰਾ ਪੁਰਸ਼ ਸੁਖਦਾਇਕ ਹੈ, ਇਸ ਭਰਮ ਵਿੱਚ ਦੀ ਭੁਲਾਉਣੀ ਵਿੱਚ ਆ ਕੇ ਦੂਸਰੇ ਪੁਰਸ਼ ਨਾਲ ਹੇਤ ਭਾਵ ਪ੍ਰੇਮ ਲੱਗ ਗਿਆ, ਉਹ ਪ੍ਰਤੀਵਰਤਾ ਇਸਤਰੀ ਨਹੀਂ ਕਹਾ ਸਕਦੀ। ਉਹ ਪਤੀਵਰਤਾ ਇਸਤਰੀ ਨਹੀਂ ਕਹਾ ਸਕਦੀ, ਬਲਕਿ ਵਿਭਚਾਰਨ ਅਖਵਾਏਗੀ। ਮਹਾਰਾਜ ਕਹਿੰਦੇ ਨੇ, ਵਸੂ ਹੈ ਵੇਸ ਦੁਹਾਗਣੀ, ਪਰ ਫਿਰ ਰਾਵਣ ਜਾਏ, ਫਿਰ ਛੋੜਿਆ ਘਰ ਆਪਣੇ, ਦੂਜੇ ਮੋਹੀ ਦੂਜੇ ਪਾਏ। ਭਾਵ ਆਪਣੇ ਪਤੀ ਨੂੰ ਘਰ ਦੇ ਵਿੱਚ ਛੱਡ ਕੇ ਦੂਜੇ ਦੇ ਹੇਤ ਪ੍ਰੇਮ ਦੇ ਵਿੱਚ ਲੱਗ ਗਈ ਆ, ਉਹ ਵਿਭਚਾਰਨ ਹੀ ਕਹਾਏਗੀ, ਪ੍ਰਤੀਵਰਤਾ ਨਹੀਂ ਕਹਾਏਗੀ। ਠਾਕੁਰ ਏਕ ਸਬਾਈ ਨਾਰ ਬਿਨ ਪਿਰ, ਪੁਰਖ ਨਾ ਜਾਣਈ ਸਾਚੇ ਗੁਰ ਕੈ ਹਿਤ ਪਿਆਰ। ਕਹਿਣ ਤੋਂ ਭਾਵ ਸਾਧ ਸੰਗਤ ਜੀ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਜੇਕਰ ਅਸੀਂ ਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਲੜ ਛੱਡ ਕੇ, ਧੁਰ ਕੀ ਬਾਣੀ ਦਾ ਲੜ ਛੱਡ ਕੇ, ਨਿਤਨੇਮ ਦਾ ਲੜ ਛੱਡ ਕੇ, ਸੇਵਾ ਤੇ ਸਿਮਰਨ ਦਾ ਲੜ ਛੱਡ ਕੇ ਹੋਰ ਪਾਸੇ ਵੱਲ ਹੋਰ ਰਸਤੇ ਤੇ ਕੁਰਾਹੇ ਪਵਾਂਗੇ ਤਾਂ ਅਸੀਂ ਵੀ ਫਿਰ ਸਾਧ ਸੰਗਤ ਜੀ ਵਿਭਚਾਰਨ ਹੀ ਕਹਾਵਾਂਗੇ। ਭਾਵ ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਸਾਡਾ ਉਧਾਰ ਨਹੀਂ ਹੋਣਾ, ਅਸੀਂ ਆਪਣੇ ਸਹੀ ਜੀਵਨ ਰਸਤੇ ਤੋਂ ਖੁੱਜ ਜਾਵਾਂਗੇ। ਅਗਲੀ ਪੰਕਤੀ ਦੇ ਅੰਦਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸਿੰਗਾਰ ਬਨਾਇਆ, ਕਾਰਜ ਨਾਹੀ ਕੇਤ। ਲੱਖ ਸਿੰਗਾਰ ਬਨਾਇਆ, ਕਾਰਜ ਨਾਹੀ ਕੇਤ। ਕੇਤ ਕਾਰਜ ਤੋਂ ਭਾਵ ਕਿਸੇ ਕੰਮ ਦੇ ਵਿੱਚ ਭਾਵੇਂ ਉਹ ਲੱਖਾਂ ਹਾਰ ਸਿੰਗਾਰ ਕਰੇ, ਉਹ ਕਿਸੇ ਕੰਮ ਨਹੀਂ ਆਉਂਦੇ। ਲੱਖਾਂ ਸਾਧਨਾ ਰੂਪ ਸਿੰਗਾਰ ਬਣਾਇਆ ਹੈ, ਪਰ ਉਹ ਸਿੰਗਾਰ ਕਿਸੇ ਕੰਮ ਨਹੀਂ ਆਉਂਦੇ। ਜੋ ਖਾਣ ਪੀਣ ਦੇ ਭਰਮ ਦੇ ਵਿੱਚ ਆਪਣੇ ਪਤੀ ਨੂੰ ਤੇ ਪਤੀ ਦੀ ਸੇਵਾ ਨੂੰ ਭੁਲਾ ਦਿੰਦੀਆਂ ਹਨ, ਉਹਨਾਂ ਦੇ ਕੀਤੇ ਹੋਏ ਲੱਖਾਂ ਸਿੰਗਾਰ ਕਿਸੇ ਕੰਮ ਨਹੀਂ, ਕਲਿਆਣ ਨਹੀਂ ਹੋ ਸਕਦਾ। ਗਰਾਉਣ ਵਾਲੇ ਹਨ, ਵਿਸ਼ਿਆਂ ਦਾ ਕਾਰਨ ਹਨ। ਉਹਨਾਂ ਨੇ ਆਪਣਾ ਜੀਵਨ ਵਿਗਾੜ ਲਿਆ, ਜਿਸ ਕਰਕੇ ਦਰਗਾਹ ਦੇ ਵਿੱਚ ਬੜੀਆਂ ਸਜ਼ਾਵਾਂ ਮਿਲਦੀਆਂ ਨੇ। ਐਸੀਆਂ ਜੋ ਵਿਭਚਾਰਨ ਇਸਤਰੀਆਂ ਹਨ, ਉਹ ਭਾਵੇਂ ਆਪਣੇ ਸਰੀਰ ਤੇ ਲੱਖਾਂ ਸਿੰਗਾਰ ਬਣਾ ਲੈਣ, ਪਰ ਲੱਖ ਜਾਨਾ ਕਰੋ ਉਹ ਕਿਸੇ ਕੰਮ ਨਹੀਂ। ਸੁਹੱਪਣ ਦੀ ਸਮੱਗਰੀ ਨੂੰ ਸਿੰਗਾਰ ਕਹਿੰਦੇ ਨੇ, ਜਿਸ ਤਰ੍ਹਾਂ ਸਰੀਰ ਦੀ ਸ਼ੋਭਾ ਵੱਧਦੀ ਹੈ। ਭਾਵੇਂ ਉਹ ਬਸਤਰ ਸੋਨੇ ਚਾਂਦੀ ਦੇ ਬਣੇ ਗਹਿਣੇ, ਬਲਾ ਅਤੇ ਮਲਨ, ਸਰੀਰ ਤੇ ਮਲਣ ਵਾਲੇ ਵਟਨੇ ਆਰ ਪਦਾਰਥ ਹੋਣ, ਪਰ ਸਾਧ ਸੰਗਤ ਜੀ ਉਹ ਕਿਸੇ ਕੰਮ ਨਹੀਂ ਆ ਸਕਦਾ। ਕਿਉਂਕਿ ਉਹਨਾਂ ਨੇ ਆਪਣੇ ਪ੍ਰਭੂ ਪਤੀ ਤੋਂ ਵਿਛੜ ਕੇ ਕਿਸੇ ਹੋਰ ਦੇ ਨਾਲ ਪਿਆਰ ਲਾ ਲਿਆ ਹੈ, ਹੇਤ ਲਾ ਲਿਆ ਹੈ, ਜਿਸ ਕਰਕੇ ਉਹਨਾਂ ਨੇ ਆਪਣਾ ਜੀਵਨ ਵਿਗਾੜ ਲਿਆ ਹੈ। ਹੁਣ ਦਰਗਾਹ ਦੇ ਵਿੱਚ ਬਹੁਤ ਭਾਰੀ ਸਜ਼ਾਵਾਂ ਮਿਲਣਗੀਆਂ। ਰੂਪੇ ਕਾਮੇ ਦੋਸਤੀ, ਭੂਖੇ ਸਾਦੇ ਗੰਢ। ਜੋ ਕੁਝ ਇਸ ਰੂਪ ਵਾਲੀਆਂ ਔਰਤਾਂ ਨੇ ਬਨਾਉਟੀ ਸੁੰਦਰਤਾ ਦਾ ਸਹਾਰਾ ਲੈ ਕੇ ਪਤੀਆਂ ਨੂੰ ਪ੍ਰਸੰਨ ਕਰਨਾ ਆਰੰਭ ਕੀਤਾ, ਸ਼ੁਰੂ ਵਿੱਚ ਭਾਵੇਂ ਇਸ ਭਾਵਨਾ ਦਾ ਰੂਪ ਠੀਕ ਨਜ਼ਰ ਆਉਂਦਾ, ਜੇ ਭਾਵਨਾ ਪਤੀ ਨੂੰ ਪ੍ਰਸੰਨ ਕਰਨ ਤੱਕ ਸੀਮਤ ਰਹਿੰਦੀ ਹੈ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ। ਪਰ ਸਾਧ ਸੰਗਤ ਜੀ, ਜਦੋਂ ਇਹ ਸਿੰਗਾਰ ਕਾਮ ਉਤੇਜਿਤ ਸਮੱਗਰੀ ਲੋਕਾਂ ਲਈ ਪ੍ਰਦਰਸ਼ਨੀ ਬਣੀ, ਤਾਂ ਮੰਦ ਵਾਸ਼ਨਾ ਵਿੱਚ ਇੱਕ ਅਗਨੀ ਦੀ ਚੰਗਿਆੜੀ ਵਾਂਗ ਸੰਸਾਰ ਰੂਪ ਰੂਹ ਨੂੰ ਅੱਗ ਲੱਗ ਗਈ। ਬਹੁਤ ਵੱਡੀ ਸਮਾਜਿਕ ਬੁਰਾਈ ਸਾਬਤ ਹੋ ਨਿਬੜੀ,
ਕਿਉਂਕਿ ਅੱਜ ਵਿਚਾਰ ਕੇ ਵੇਖੀਏ ਕਿਹੜੀ ਔਰਤ ਹੈ ਜੋ ਪਤੀ ਲਈ ਸ਼ਿੰਗਾਰ ਕਰਦੀ ਹੈ, ਬਲਕਿ ਸ਼ਿੰਗਾਰ ਉਦੋਂ ਕੀਤਾ ਜਾਂਦਾ ਏ ਜਦੋਂ ਘਰ ਛੱਡ ਕੇ ਕਿਤੇ ਬਾਹਰ ਵਿਆਹ ਸ਼ਾਦੀਆਂ ਮੇਲੇ ਆਦਿ ਦੇ ਉੱਤੇ ਜਾਣਾ ਹੋਵੇ। ਇਸ ਦਾ ਭਾਵ ਤਾਂ ਸਪਸ਼ਟ ਹੈ ਕਿ ਸ਼ਿੰਗਾਰ ਹੋਰ ਲੋਕਾਂ ਨੂੰ ਆਪਣੇ ਉੱਤੇ ਮੋਹਿਤ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ, ਪਰ ਗੁਰਮਤਿ ਵਿੱਚ ਬਨਾਉਟੀ ਗੱਲ ਨੂੰ ਕਿਤੇ ਵੀ ਕੋਈ ਥਾਂ ਨਹੀਂ, ਭਾਵੇਂ ਬਨਾਉਟੀ ਬਨਾਵਟ ਛੋਟੀ ਜਾਂ ਵੱਡੀ ਹੋਵੇ, ਜੋ ਸੰਸਾਰਕ ਪੱਖ ਵਿੱਚ ਵੀ ਸਤਿਗੁਰੂ ਜੀ ਨੇ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਉਪਦੇਸ਼ ਦਿੱਤਾ, ਤਾਂ ਕਿ ਲੋਕਾਂ ਦਾ ਖਾਣਾ ਤੇ ਪਹਿਨਣਾ ਸਾਦਗੀ ਵਾਲਾ ਹੋਵੇ, ਤਾਂ ਕਿ ਮਨੁੱਖ ਇੱਕ ਸਰਲ ਭਾਵਨਾ ਵਿੱਚ ਰਹੇ। ਜਿੱਥੇ ਬਨਾਉਟੀ ਸ਼ਿੰਗਾਰ ਦੂਜੇ ਪੁਰਖਾਂ ਨਾਲ ਹਿੱਤ ਕਰਨ ਦਾ ਕਾਰਨ ਬਣਿਆ, ਆਪਣੇ ਅਤੇ ਸਮਾਜ ਦੇ ਵਿੱਚ ਬਹੁਤ ਵੱਡਾ ਨਿੰਦਿਤ ਕਰਮ ਸਾਬਤ ਹੋਇਆ, ਭਾਵ ਬਹੁਤ ਮਾੜੀ ਨਿਗਾਹ ਦੇ ਨਾਲ ਉਹਨਾਂ ਲੋਕਾਂ ਨੂੰ ਵੇਖਿਆ ਜਾਂਦਾ ਹੈ, ਉੱਥੇ ਉਸ ਨੂੰ ਲੋਕ ਪਰਲੋਕ ਦੇ ਵਿੱਚ ਅਪਜਸ, ਨਿੰਦਿਆ ਤੇ ਹੋਰ ਸਜ਼ਾਵਾਂ ਦਾ ਦੁੱਖ ਹਾਰਨਾ ਪੈਂਦਾ ਹੈ। ਆਗੇ ਨਰਕ ਈਹਾਂ ਭੋਗ ਬਲਾਸ, ਐਸੇ ਬਨਾਉਟੀ ਸ਼ਿੰਗਾਰ ਨੂੰ ਸਤਿਗੁਰੂ ਜੀ ਖੰਡਨ ਕਰਦੇ ਹੋਏ ਫਰਮਾਉਂਦੇ ਨੇ ਕਿ ਪਤੀ ਤੋਂ ਬਿਨਾਂ ਇਸ ਸ਼ਿੰਗਾਰ ਦਾ ਅਰਥ ਕੀ ਹੈ। ਸਖੀ ਕਾਜਲ ਹਾਰ ਤੰਬੂਲ ਸਭੇ ਕਿਛ ਸਾਜਿਆ, ਸੁਲਹ ਕੀਏ ਸ਼ਿੰਗਾਰ ਕਿ ਅੰਜਨ ਪਾਜਿਆ। ਜੇਕਰ ਆਵੈ ਕੰਤ ਤਾਂ ਸਭ ਕਿਛ ਪਾਈਐ, ਹਰਹਾਂ ਕੰਤੇ ਬਾਜ ਸ਼ਿੰਗਾਰ ਸਭ ਬਿਰਥਾ ਜਾਈਏ। ਇਹ ਲਾਉਣ ਪਾਉਣ ਵਾਲੇ ਨਕਲੀ ਸ਼ਿੰਗਾਰ ਤੋਂ ਵਿਵਰਜਿਤ ਕਰਕੇ ਸਮਾਜ ਦੇ ਵਿੱਚ ਸ੍ਰਿਸ਼ਟ ਗੁਣਾਂ ਦਾ ਪ੍ਰਭਾਵ ਪੈਦਾ ਕਰਨ ਲਈ ਨਾਲ ਮਰਦ ਜਾਤੀ ਨੂੰ ਵੀ ਇਹੋ ਉਪਦੇਸ਼ ਬਖਸ਼ਿਆ ਹੈ ਕਿ ਅਸਲੀ ਸ਼ਿੰਗਾਰ ਸ਼ੁਭ ਗੁਣ ਦਾ ਹੁੰਦਾ ਹੈ। ਜਿਸ ਔਰਤ ਕੋਲ ਸ਼ੁਭ ਗੁਣ ਹਨ, ਉਹਨਾਂ ਗੁਣਾਂ ਦੀ ਕਦਰ ਕਰਨੀ ਸਿੱਖੋ। ਚਿਹਰੇ ਦਾ ਸੁੰਦਰ ਹੋਣਾ ਵੀ ਭਾਵੇਂ ਸੁੰਦਰਤਾ ਹੈ, ਪਰ ਜੇ ਸੁੰਦਰ ਚਿਹਰੇ ਵਿੱਚ ਬੁਰਾ ਸੁਭਾਅ ਲੁਕਿਆ ਬੈਠਾ ਹੋਵੇ ਤਾਂ ਉਹ ਸੁਭਾਅ ਅੰਦਰ ਚਿਹਰੇ ਲਈ ਇੱਕ ਅਪਜਸ ਦਾ ਕਾਰਨ ਬਣ ਜਾਂਦਾ ਹੈ। ਇਸ ਲਈ ਸੁਭਾਅ ਦੇ ਵਿੱਚ ਸੁੰਦਰਤਾ ਪੈਦਾ ਕਰਨ ਵਾਸਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਔਰਤ ਕੋਲ ਸਤ, ਸੰਤੋਖ, ਦਇਆ, ਧਰਮ ਆਦਿ ਦਾ ਸ਼ਿੰਗਾਰ ਹੋਵੇ। ਉਸ ਔਰਤ ਦਾ ਸੁਹਾਗਵੰਤੀ ਹੋਣਾ ਸਫਲਤਾ ਸਹਿਤ ਹੈ। ਉਹ ਆਪਣੇ ਸੰਸਾਰੀ ਪਤੀ ਨੂੰ ਤਾਂ ਤਿੰਨ ਲੋਕਾਂ ਦੇ ਪਤੀ ਪ੍ਰਮਾਤਮਾ ਨੂੰ ਵੀ ਭਾ ਜਾਵੇਗੀ। ਸਤ, ਸੰਤੋਖ, ਦਇਆ, ਧਰਮ ਸ਼ਿੰਗਾਰ ਬਨਾਵੋ, ਸਫਲ ਸੁਹਾਗਣ ਨਾਨਕਾ ਆਪਣੈ ਪ੍ਰਭ ਭਾਵੋ। ਜਿਸ ਦੇ ਕੋਲੇ ਇਹ ਸਾਰੇ ਗੁਣ ਹਨ, ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਕਿ ਉਹ ਆਪਣੇ ਸੰਸਾਰੀ ਪਤੀ ਦੇ ਨਾਲ ਨਾਲ ਤਿੰਨ ਲੋਕਾਂ ਦੇ ਪਤੀ ਪ੍ਰਮਾਤਮਾ ਨੂੰ ਵੀ ਚੰਗੀ ਲੱਗਦੀ ਹੈ। ਅਗਲੀ ਪੰਕਤੀ ਦੇ ਅੰਦਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕਹਿ ਸਨ ਭ੍ਰੇਤ, ਜਿਤ ਦਿਨ ਜਿਸ ਦਿਨ। ਦੇਹ ਕਹਿੰਦੇ ਨੇ ਸਰੀਰ ਨੂੰ ਬਿਨਸੀ ਖਤਮ ਹੋ ਜਾਵੇਗੀ, ਬਿਨਸੇਗੀ, ਪ੍ਰੇਤ ਗੁਜ਼ਰਿਆ ਹੋਇਆ ਅਪਵਿੱਤਰ। ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ, ਜਦੋਂ ਮਨੁੱਖ ਮਰ ਜਾਏਗਾ, ਉਸ ਵੇਲੇ ਸਾਰੇ ਸਾਕ ਅੰਗ ਆਖਣਗੇ ਕਿ ਇਹ ਗੁਜ਼ਰ ਗਿਆ ਏ, ਲੋਥ ਅਪਵਿੱਤਰ ਪਈ ਹੋਈ ਹੈ, ਇਸ ਨੂੰ ਛੇਤੀ ਲੈ ਚੱਲੋ, ਬਾਹਰ ਕੱਢ ਦਿਓ। ਸਾਧ ਸੰਗਤ ਜੀ ਇਸ ਤਰ੍ਹਾਂ ਹੀ ਹੁੰਦਾ ਹੈ। ਜਦੋਂ ਸੰਸਾਰ ਦੇ ਵਿੱਚ ਆਇਆ ਹੋਇਆ ਜੀਵ ਪਰਮਾਤਮਾ ਰੂਪੀ ਦਿੱਤੀ ਹੋਈ ਇਸ ਦੇਹ ਦੇ ਵਿੱਚ ਸਵਾਸਾਂ ਰੂਪੀ ਪੂੰਜੀ ਨੂੰ ਸਮਾਪਤ ਕਰ ਦਿੰਦਾ ਹੈ, ਧੁਰ ਦਰਗਾਹ ਤੋਂ ਬੁਲਾਵਾ ਆ ਜਾਂਦਾ ਹੈ, ਤਾਂ ਆਤਮਾ ਸਰੀਰ ਦੇ ਵਿੱਚੋਂ ਨਿਕਲ ਕੇ ਪਰਮਾਤਮਾ ਕੋਲ ਚਲੀ ਜਾਂਦੀ ਹੈ ਤੇ ਪਿੱਛੇ ਸਾਡੀ ਡੈੱਡ ਬੋਡੀ ਰਹਿ ਜਾਂਦੀ ਹੈ। ਇਹ ਸਾਡਾ ਮਨੁੱਖਾ ਸਰੀਰ ਆ ਜਿਹੜਾ ਇਹ ਨਾਸ ਹੋ ਜਾਂਦਾ ਹੈ, ਤੇ ਉਸ ਵੇਲੇ ਸਾਰੇ ਆਕ ਸੰਗੀ, ਚਾਹੇ ਪਰਿਵਾਰਕ ਮੈਂਬਰ ਨੇ, ਰਿਸ਼ਤੇਦਾਰ ਨੇ, ਸੱਜਣ ਮਿੱਤਰ, ਦੋਸਤ, ਜੋ ਕੋਈ ਵੀ ਹਨ, ਉਹ ਇਹੀ ਆਖਦੇ ਨੇ ਕਿ ਇਹ ਹੁਣ ਗੁਜ਼ਰ ਗਿਆ ਏ, ਇਸ ਦੀ ਜਿਹੜੀ ਲਾਸ਼ ਹੈ, ਲੋਥ ਹੈ, ਉਹ ਅਪਵਿੱਤਰ ਪਈ ਹੋਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ, ਇਸ ਨੂੰ ਛੇਤੀ ਬਾਹਰ ਲੈ ਚੱਲੋ।
ਜਿਸ ਦਿਨ ਸ਼ਿੰਗਾਰੀ ਹੋਈ ਦੇਹ ਨਾਸ ਹੋ ਜਾਂਦੀ ਹੈ, ਸਵਾਸ ਨਿਕਲ ਜਾਂਦੇ ਨੇ, ਉਸ ਸਮੇਂ ਇਸ ਦੇਹ ਨੂੰ ਮਾਤਾ ਪਿਤਾ ਪੁੱਤਰ ਧੀਆਂ ਆਦਿਕ ਸਭ ਪ੍ਰੇਤ ਕਹਿੰਦੇ ਨੇ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ ਅਰ ਫੁਨ ਗ੍ਰਹਿ ਕੀ ਨਾਰ ਰਹਾਉ, ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਤੀਰਤ ਪ੍ਰੇਤ ਪੁਕਾਰ, ਆਦ ਘਰੀ ਕੋਊ ਨਹਿ ਰਾਖੇ, ਘਰ ਤੇ ਦੇਤ ਨਿਕਾਰ। ਘਰ ਕੀ ਨਾਰ ਬਹੁਤ ਹਿਤ ਜਾਂਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਸਾਧ ਸੰਗਤ ਜੀ, ਆਪ ਜੀ ਦੇ ਨਾਲ ਰਾਜੇ ਜਨਕ ਦੀ ਇੱਕ ਛੋਟੀ ਜੀ ਸਾਖੀ ਸਾਂਝੀ ਕਰਦੇ ਹਾਂ। ਮਿਥਲਾਪੁਰੀ ਦਾ ਰਾਜਾ ਜਨਕ ਆਪਣੇ ਸਰਦਖਾਨਿਆਂ ਦੇ ਵਿੱਚ ਆਰਾਮ ਦੇ ਨਾਲ ਸੌਂ ਰਿਹਾ ਸੀ। ਉਸ ਨੂੰ ਸੁਪਨਾ ਆਇਆ ਕਿ ਕੋਈ ਦੂਜਾ ਰਾਜਾ ਮੇਰੇ ਰਾਜ ਤੇ ਚੜ੍ਹ ਕੇ ਆ ਰਿਹਾ ਹੈ। ਸੁਪਨੇ ਦੇ ਵਿੱਚ ਹੀ ਵੈਰੀ ਰਾਜੇ ਨੇ ਰਾਜੇ ਜਨਕ ਨੂੰ ਜਿੱਤ ਲਿਆ ਤੇ ਰਾਜ ਕਾਜ ਆਪਣੇ ਕਬਜ਼ੇ ਵਿੱਚ ਕਰਕੇ ਇਸ ਨੂੰ ਸਜ਼ਾ ਦਿੱਤੀ। ਸਾਰੀ ਪ੍ਰਜਾ ਦੇ ਲੋਕਾਂ ਤੋਂ ਨਿਰਾਦਰ ਕਰਵਾਇਆ, ਤੱਤੇ ਰੇਤੇ ਉੱਤੇ ਘਸੀਟਿਆ, ਫਿਰ ਇਸ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਥੱਕਿਆ ਟੁੱਟਿਆ ਭੁੱਖ ਦਾ ਸਤਾਇਆ ਹੋਇਆ ਹਰਿਦੁਆਰ ਪਹੁੰਚਿਆ। ਇੱਕ ਖੇਤਰ ਵਿੱਚ ਗਿਆ ਤੇ ਭੰਡਾਰੀ ਨੇ ਕਿਹਾ ਹੈ ਕਿ ਕੋਈ ਭਾਂਡਾ ਲੈ ਕੇ ਆ। ਉਸ ਖੇਤਰ ਦੇ ਵਿੱਚ ਖਿਚੜੀ ਵਰਤ ਰਹੀ ਸੀ। ਇਸ ਕੋਲ ਕੋਈ ਪੈਸਾ ਨਹੀਂ ਸੀ ਜਿਸ ਦਾ ਕੋਈ ਬਰਤਨ ਖਰੀਦ ਸਕਦਾ। ਇਸ ਨੇ ਮੰਗ ਮੰਗ ਕੇ 2 ਪੈਸੇ ਪ੍ਰਾਪਤ ਕੀਤੇ। 2 ਪੈਸਿਆਂ ਦਾ ਘੁਮਿਆਰ ਬਰਤਨ ਨਾ ਦੇਵੇ। ਅਖੀਰ ਇੱਕ ਬਰਤਨ ਨਿਕੰਮਾ ਜਾਣ ਕੇ ਦੇ ਦਿੱਤਾ। ਜਦੋਂ ਬਰਤਨ ਲੈ ਕੇ ਖੇਤਰ 'ਚ ਗਿਆ ਤਾਂ ਅੱਗੇ ਖਿਚੜੀ ਜਿਹੜੀ ਸੀ ਉਹ ਸਾਧ ਸੰਗਤ ਜੀ ਵਰਤ ਚੁੱਕੀ ਸੀ। ਰਾਜਾ ਕੁਰਲਾਇਆ ਕਿ ਮੈਂ ਬਹੁਤ ਭੁੱਖਾ ਹਾਂ। ਲਾਂਗਰੀ ਨੇ ਤਰਸ ਕਰਕੇ ਕੁਝ ਖਿਰਚੀ ਬਰਤਨਾਂ ਦੇ ਨਾਲੋਂ ਖੁਰਚ ਕੇ ਦਿੱਤੀ ਤੇ ਚਮਚਾ ਘਿਓ ਦਾ ਪਾਇਆ। ਜਦੋਂ ਖੇਤਰ ਤੋਂ ਦੂਰ ਬੈਠ ਕੇ ਖਾਣਾ ਖਾਣ ਲੱਗਾ ਤਾਂ ਝੋਟੇ ਪਿੜਦੇ ਹੋਏ ਆਏ ਤੇ ਉਸ ਦੇ ਉੱਤੇ ਚੜ੍ਹ ਗਏ। ਉਹਨਾਂ ਦੇ ਕਰਕੇ ਖਿਚੜੀ ਕਿਤੇ ਤੇ ਰਾਜਾ ਕਿਤੇ। ਬਰਤਨ ਟੁੱਟ ਕੇ ਖਿਚੜੀ ਰੇਤ ਦੇ ਵਿੱਚ ਮਿਲ ਗਈ। ਹੁਣ ਇਹ ਸਭ ਕੁਝ ਦੇਖ ਕੇ ਘਬਰਾਏ ਹੋਏ ਰਾਜੇ ਦੀ ਚੀਕ ਨਿਕਲ ਗਈ। ਉਸਨੇ ਚੀਕ ਦੇ ਨਾਲ ਜਦੋਂ ਚੀਕ ਨਿਕਲੀ ਤਾਂ ਉਸ ਦੀ ਜਾਗ ਖੁੱਲ ਗਈ। ਸਾਧ ਸੰਗਤ ਜੀ, ਐਸਾ ਭਰਮ ਦਾ ਚੱਕਰ ਆਇਆ ਰਾਜੇ ਨੂੰ ਇਹ ਪਤਾ ਨਾ ਲੱਗਾ ਕਿ ਮੈਂ ਹੁਣ ਸੁਪਨਾ ਸ਼ੁਰੂ ਹੋਇਆ ਜਾਂ ਭਿਖਾਰੀ ਬਣਨ ਦਾ ਸੁਪਨਾ ਹੈ। ਨਿਰਣਾ ਨਾ ਹੋਵੇ ਕਿ ਦੋਵਾਂ ਵਿੱਚੋਂ ਸੱਚਾ ਕਿਹੜਾ ਹੈ। ਸਵੇਰੇ ਸਿੰਘਾਸਣ ਤੇ ਬੈਠਦਿਆਂ ਵਿਦਵਾਨ ਰਿਸ਼ੀ ਮੁਨੀ ਬੁਲਾ ਕੇ ਪ੍ਰਸ਼ਨ ਕੀਤਾ ਕਿ ਇਹ ਸੱਚਾ ਕਿ ਉਹ ਸੱਚਾ। ਬਸ ਇਤਨਾ ਸ਼ਬਦ ਕਹੇ ਤੇ ਆਪਣਾ ਸੁਪਨਾ ਨਾ ਦੱਸੇ। ਹਰ ਵਿਦਵਾਨ ਤੋਂ ਇਹੀ ਪੁੱਛੇ ਤਾਂ ਉੱਤਰ ਨਾ ਮਿਲੇ। ਅਨੇਕਾਂ ਵਿਦਵਾਨ ਰਿਸ਼ੀ ਮੁਨੀ ਕੈਦ ਕਰ ਦਿੱਤੇ। ਸਾਧ ਸੰਗਤ ਜੀ, ਉਹਨਾਂ ਦੇ ਵਿੱਚ ਅਸ਼ਟਾਵਕਰ ਦਾ ਪਿਤਾ ਕੋਹਲ ਰਿਸ਼ੀ ਵੀ ਕੈਦ ਹੋਇਆ। ਅਸ਼ਟਾਵਕਰ ਨਾਨਕੇ ਪਲਦਾ ਸੀ। ਬੱਚਿਆਂ ਦੇ ਮਖੌਲ ਕਰਨ ਤੇ ਇੱਕ ਸਿਆਣੇ ਬੱਚੇ ਦੇ ਮੂੰਹੋਂ ਨਿਕਲਿਆ ਕਿ ਇਸ ਵਿਚਾਰੇ ਨੂੰ ਨਾ ਸਤਾਵੋ, ਇਸ ਦਾ ਪਿਤਾ ਤਾਂ ਪਹਿਲਾਂ ਹੀ ਇਸ ਤੋਂ ਦੂਰ ਹੋ ਚੁੱਕਿਆ ਏ। ਇਸ ਤੋਂ ਅਸ਼ਟਾਵਕਰ ਦੇ ਮਨ ਵਿੱਚ ਪਿਤਾ ਨੂੰ ਬੰਧਨ ਮੁਕਤ ਕਰਵਾਉਣ ਦੀ ਇੱਛਾ ਪੈਦਾ ਹੋਈ। ਮਾਤਾ ਦੇ ਮਨਾ ਕਰਨ ਦੇ ਬਾਵਜੂਦ ਵੀ ਉਹ ਨਾ ਰੁਕੇ ਤੇ ਆਪਣੇ ਆਤਮਿਕ ਗਿਆਨ ਤੇ ਵਿਸ਼ਵਾਸ ਕਰਦੇ ਹੋਏ ਕਿਹਾ ਕਿ ਤੂੰ ਇਹ ਸੰਸਾ ਨਾ ਕਰ, ਰਾਜਾ ਮੈਨੂੰ ਵੀ ਕੈਦ ਕਰ ਲਵੇਗਾ। ਆਪਣੇ ਮਾਮੇ ਸ਼ੇਵਤ ਕੇਤੂ ਦੇ ਨਾਲ ਅਸ਼ਟਾਵਕਰ ਮਿਥਲਾਪੁਰੀ ਨੂੰ ਚੱਲ ਪਿਆ। ਜਦੋਂ ਰਾਜੇ ਦੇ ਦਵਾਰੇ ਤੇ ਪਹੁੰਚੇ ਤਾਂ ਪਹਿਰੇਦਾਰ ਨੇ ਰੋਕ ਕੇ ਪੁੱਛਿਆ, ਕਿੱਥੇ ਜਾਣਾ ਹੈ? ਅਸ਼ਟਾਵਕਰ ਸਾਧ ਸੰਗਤ ਜੀ ਕਹਿਣ ਲੱਗਾ ਵੀ ਮੈਂ ਰਾਜੇ ਨੂੰ ਗਿਆਨ ਕਰਾਉਣਾ ਹੈ। ਰਾਜੇ ਨੇ ਵਿਦਵਾਨਾਂ ਦੀ ਸਭਾ ਵਿੱਚ ਇਸ ਨੂੰ ਅੰਦਰ ਸੱਦਿਆ। ਸਭਾ ਦੇ ਵਿੱਚ ਅਸ਼ਟਾਵਕਰ ਜੀ ਪਹੁੰਚੇ। ਇਹਨਾਂ ਦੇ ਸਰੀਰ ਵਿੱਚ 8 ਵਲ ਪੈਂਦੇ ਸਨ, ਜਿਨ੍ਹਾਂ ਕਰਕੇ ਇਹਨਾਂ ਦਾ ਨਾਮ ਪ੍ਰਸਿੱਧ ਹੋਇਆ ਅਸ਼ਟਾਵਕਰ, ਭਾਵ 8 ਵਲ ਵਾਲਾ। ਇਸ ਦੇ ਐਸੇ ਸਰੀਰ ਨੂੰ ਦੇਖ ਕੇ ਸਭ ਰਿਸ਼ੀ ਮੁਨੀ ਵਿਦਵਾਨ ਹੱਸ ਪਏ। ਆਪਣੇ ਆਸਣ ਤੇ ਬੈਠ ਕੇ ਰਾਜੇ ਨੂੰ ਪੁੱਛਿਆ ਕਿ ਇਹ ਸਭ ਕਿਸ ਦੀ ਹੈ? ਤਾਂ ਰਾਜਾ ਕਹਿਣ ਲੱਗਾ, ਇਹ ਵਿਦਵਾਨਾਂ ਦੀ ਸਭਾ ਹੈ। ਅਸ਼ਟਾਵਕਰ ਜੀ ਕਹਿਣ ਲੱਗੇ, ਇਹ ਵਿਦਵਾਨਾਂ ਦੀ ਨਹੀਂ, ਚਮਾਰਾਂ ਦੀ ਸਭਾ ਹੈ, ਕਿਉਂਕਿ ਇਹਨਾਂ ਨੇ ਮੇਰੇ ਚੰਮ ਦੀ ਪਰਖ ਕੀਤੀ ਹੈ।
ਇਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਕਿ ਛੋਟੀ ਉਮਰ ਦਾ ਕੈਸਾ ਬੁੱਧੀਵਾਨ ਬਾਲਕ ਰਿਸ਼ੀ ਹੈ। ਸਾਰੇ ਇਕਾਗਰ ਮਨ ਹੋ ਕੇ ਅਸ਼ਟਾਵਕਰ ਦੀ ਗੱਲ ਸੁਣਨ ਲੱਗੇ। ਸਾਧੂ ਸੰਗਤ ਜੀਓ, ਅਸ਼ਟਾਵਕਰ ਜੀ ਨੇ ਮਹਾਰਾਜੇ ਜਨਕ ਨੂੰ ਪ੍ਰਸ਼ਨ ਕਰਨ ਦੀ ਆਗਿਆ ਦਿੱਤੀ। ਉਸਨੇ ਪਿਛਲੇ ਰਟਨ ਦੀ ਤਰ੍ਹਾਂ ਇਹ ਸੱਚ ਕੇ ਉਹ ਸੱਚ ਦਾ ਵਚਨ ਬੋਲਿਆ। ਗੁਪਤ ਰੀਤ ਦੇ ਪ੍ਰਸ਼ਨ ਦਾ ਉੱਤਰ ਗੁਪਤ ਰੀਤ ਨਾਲ ਦਿੰਦੇ ਹੋਏ ਅਸ਼ਟਾਵਕਰ ਨੇ ਕਿਹਾ, ਨਾ ਇਹ ਸੱਚ ਨਾ ਉਹ ਸੱਚ। ਜਨਕ ਨੇ ਕਿਹਾ ਕਿ ਮਹਾਰਾਜ ਮੈਂ ਸਮਝਿਆ ਨਹੀਂ। ਤਾਂ ਅਸ਼ਟਾਵਕਰ ਨੇ ਕਿਹਾ ਕਿ ਹੇ ਰਾਜਨ, ਤੂੰ ਲੱਜਾ ਦੇ ਕਾਰਨ ਵਿਦਵਾਨਾਂ ਦੇ ਕੋਲੋਂ ਛੁਪਾ ਕੇ ਪ੍ਰਸ਼ਨ ਕਰਦਾ ਰਿਹਾ ਹੈ, ਜਿਸ ਕਾਰਨ ਕੋਈ ਵਿਦਵਾਨ ਉੱਤਰ ਨਹੀਂ ਦੇ ਰਿਹਾ। ਪਰ ਤੇਰੀ ਇਸ ਸਭਾ ਦੇ ਵਿੱਚ ਉਪਸਥਿਤ ਹਰ ਵਿਦਵਾਨ ਤੇਰੇ ਪ੍ਰਸ਼ਨ ਦਾ ਉੱਤਰ ਦੇਣ 'ਚ ਸਮਰੱਥ ਹੈ। ਕਸੂਰ ਤੇ ਤੇਰਾ ਤੇ ਕੈਦ ਵਿਦਵਾਨਾਂ ਨੂੰ ਕੀਤਾ, ਇਸ ਦਾ ਪਾਪ ਵੀ ਤੇਰੇ ਜਿੰਮੇ ਹੈ, ਜਿਸ ਦਾ ਤੈਨੂੰ ਪ੍ਰਾਸ਼ਚਿਤ ਕਰਨਾ ਪਵੇਗਾ। ਰਹੀ ਗੱਲ ਤੇਰੇ ਪ੍ਰਸ਼ਨ ਦੀ ਉੱਤਰ ਦੀ, ਜੇ ਤੂੰ ਆਪਣਾ ਪ੍ਰਸ਼ਨ ਪ੍ਰਗਟ ਨਹੀਂ ਕੀਤਾ ਤਾਂ ਮੈਂ ਤੇਰੇ ਗੁਪਤ ਪ੍ਰਸ਼ਨ ਨੂੰ ਸਾਰੇ ਵਿਦਵਾਨਾਂ ਵਿੱਚ ਪ੍ਰਗਟ ਕਰਦਾ ਹਾਂ। ਹੇ ਵਿਦਵਾਨੋ, ਰਿਸ਼ੀਓ, ਰਾਜੇ ਨੂੰ ਅੱਜ ਤੋਂ 7-8 ਵਰ੍ਹੇ ਪਹਿਲਾਂ ਇੱਕ ਭਿਆਨਕ ਸੁਪਨਾ ਆਇਆ ਸੀ। ਉਸ ਸੁਪਨੇ ਦੀ ਸਾਰੀ ਵਾਰਤਾ ਅਸ਼ਟਾਵਕਰ ਨੇ ਇਹ ਕਹਿ ਕੇ ਸੁਣਾਈ, ਜਿਸ ਨੂੰ ਸੁਣ ਕੇ ਰਾਜਾ ਅਚਰਜ ਰਹਿ ਗਿਆ। ਰਿਸ਼ੀ ਪੁੱਤਰ ਕਿਤਨਾ ਅੰਤਰਜਾਮੀ ਗਿਆਨਵਾਨ ਹੈ। ਅਸ਼ਟਾਵਕਰ ਨੇ ਦੱਸਿਆ ਕਿ ਰਾਜਾ ਨੂੰ ਉਦੋਂ ਜਾਗਰਤ ਸੁਪਨਾ ਪਰਮ ਹੋਇਆ। ਰਾਜਾ ਸੱਚ ਦੀ ਤਲਾਸ਼ ਵਿੱਚ ਹੈ। ਦੋਹਾਂ ਵਿੱਚ ਸੱਚ ਕੀ ਹੈ, ਜਿਸ ਦਾ ਮੈਂ ਯਥਾਰਥ ਉੱਤਰ ਦਿੱਤਾ ਹੈ। ਨਾ ਇਹ ਸੱਚ ਨਾ ਉਹ ਸੱਚ। ਇਸ ਸਿਧਾਂਤ ਨੂੰ ਗੁਰਬਾਣੀ ਦੇ ਵਿੱਚ ਵੀ ਸਾਧ ਸੰਗਤ ਜੀ ਦਰਸਾਇਆ ਗਿਆ ਹੈ। ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ, ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲਾਗੈ ਗਾਵਾਰ। ਸੋ ਵਾਸਤਵ ਦੇ ਵਿੱਚ ਜਗਤਰ ਸੁਪਨਾ ਦੋਨੋਂ ਹੀ ਨਾਸਵਾਨ ਨੇ। ਇਸ ਤਰ੍ਹਾਂ ਜਗਤ ਦੇ ਵਿੱਚ ਸੁਪਨੇ ਦੇ ਸੰਬੰਧੀਆਂ ਦਾ ਅਭਾਵ ਹੈ। ਸੁਪਨ ਦੇ ਵਿੱਚ ਜਗਾਤਰ ਦੇ ਸੰਬੰਧ ਵਿੱਚ ਪਦਾਰਥਾਂ ਦਾ ਭਾਵ ਹੈ। ਇੱਕ ਅਵਸਥਾ ਦੂਜੀ ਅਵਸਥਾ ਨੂੰ ਮਿਥਿਆ ਸਿੱਧ ਕਰਦੀ ਹੈ ਤੇ ਸੁਖੋਪਤੀ ਵਿੱਚ ਦੋਵੇਂ ਮਿਥਿਆ ਸਿੱਧ ਹੋ ਜਾਂਦੀਆਂ ਨੇ। ਤੁਰੀਆ ਅਵਸਥਾ ਵਿੱਚ ਜਾਗਰਤ, ਸੁਪਨਾ ਤੇ ਸੁਖੋਪਤੀ ਤਿੰਨੇ ਮਿਥਿਆ ਸਿੱਧ ਹੋ ਜਾਂਦੀਆਂ ਨੇ। ਮਹਾਰਾਜੇ ਜਨਕ ਨੂੰ ਤੁਰੀਆ ਪਦ ਦੇ ਵਿੱਚ ਲਿਜਾਣ ਵਾਸਤੇ ਇੱਕ ਬੜੀ ਸਧਾਰਨ ਜਿਹੀ ਉਦਾਹਰਨ ਦੇ ਕੇ ਦੋਨਾਂ ਦੀ ਅਵਸਥਾ ਨੂੰ ਮਿਥਿਆ ਸਿੱਧ ਕੀਤਾ। ਅਸ਼ਟਾਵਕਰ ਕਹਿਣ ਲੱਗੇ, ਹੇ ਰਾਜਨ, ਮੈਨੂੰ ਇੱਕ ਪ੍ਰਸ਼ਨ ਦਾ ਉੱਤਰ ਦੇਣਾ ਕਰ ਕਿ ਦੋ ਮਨੁੱਖ ਸਨ, ਦੋਹਾਂ ਦੀ ਖੁਰਾਕ ਸੇਰ ਸੱਤੂ ਹਰ ਰੋਜ਼ ਦੀ ਸੀ। ਇੱਕ ਕੋਲ ਸੇਰ ਸੱਤੂ ਸਨ ਤੇ ਦੂਜੇ ਕੋਲ 40 ਸੇਰ। ਹੁਣ ਇਹ ਦੱਸੋ ਕਿ ਕਿਸ ਦੇ ਸੱਤੂ ਮੁੱਕੇ ਤੇ ਕਿਸ ਦੇ ਨਹੀਂ ਮੁੱਕੇ। ਮਹਾਰਾਜਾ ਜਨਕ ਨੇ ਉੱਤਰ ਦਿੱਤਾ, ਮਹਾਰਾਜ ਇਹ ਤਾਂ ਸਿੱਧੀ ਜੀ ਗੱਲ ਹੈ, ਸੱਤੂ ਦੋਨਾਂ ਦੇ ਹੀ ਮੁੱਕ ਗਏ। ਫਰਕ ਇਤਨਾ ਹੈ ਕਿ ਸੇਰ ਸੱਤੂ ਵਾਲੇ ਦੇ ਇੱਕ ਦਿਨ ਵਿੱਚ ਮੁੱਕ ਗਏ ਤੇ 40 ਸੇਰ ਵਾਲੇ ਦੇ 40ਵੇਂ ਦਿਨ। ਇੱਕ ਦਿਨ ਅਤੇ 40 ਦਿਨਾਂ ਦਾ ਸਿਰਫ ਸਮੇਂ ਦਾ ਭੇਦ ਹੈ। ਜਿੱਥੋਂ ਤੱਕ ਸੱਤਵਾਂ ਦੇ ਖਤਮ ਹੋਣ ਦੀ ਗੱਲ ਹੈ, ਦੋਨਾਂ ਦੇ ਖਤਮ ਹੋ ਗਏ। ਤਾਂ ਅਸ਼ਟਾਵਕਰ ਨੇ ਕਿਹਾ, ਹੇ ਰਾਜਨ, ਧਿਆਨ ਕਰ। ਇਸ ਤਰ੍ਹਾਂ ਰਾਤ ਦਾ ਸੁਪਨਾ ਸੇਰ ਸੱਤਵਾਂ ਦੀ ਨਿਆਈ ਹੈ ਤੇ ਜਾਗ੍ਰਿਤੀ ਦਾ ਸੁਪਨਾ 40 ਸੇਰ ਸੱਤਵਾਂ ਦੀ ਨਿਆਈ ਹੈ। ਕਹਿਣ ਤੋਂ ਭਾਵ ਸਾਧ ਸੰਗਤ ਜੀ, ਜੋ ਕੁਝ ਅਸੀਂ ਸੁਪਨੇ ਦੇ ਵੇਖ ਰਹੇ ਹਾਂ ਉਹ ਕੁਝ ਸਮੇਂ ਲਈ ਹੈ ਤੇ ਜੋ ਸੰਸਾਰ ਦੇ ਵਿੱਚ ਹੋ ਰਿਹਾ ਹੈ ਉਹ 40 ਸੇਰ ਸੱਤਵਾਂ ਦੀ ਨਿਆਈ ਭਾਵ ਉਹ ਲੰਬਾ ਸਮਾਂ ਚੱਲਣ ਵਾਲਾ ਹੈ। ਰਹੋ ਵਿਚਾਰ। ਅਗਲੀ ਪੰਕਤੀ ਦੇ ਅੰਦਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਨੀ ਭੇਤ। ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਨੀ ਭੇਤ। ਜਮਦੂਤ ਜਿੰਦ ਨੂੰ ਫੜ ਕੇ ਅੱਗੇ ਲਾ ਲੈਂਦੇ ਨੇ ਤੇ ਇਹ ਭੇਤ ਕਿਸੇ ਨੂੰ ਨਹੀਂ ਦੱਸਦੇ ਕਿ ਕਿੱਥੇ ਲੈ ਚੱਲੇ ਹਾਂ। ਇਹ ਭੇਤ ਕਿਸੇ ਨੂੰ ਨਹੀਂ ਦੱਸਦੇ ਵੀ ਅਸੀਂ ਜੀਵ ਨੂੰ, ਮਨੁੱਖ ਨੂੰ ਕਿੱਥੇ ਲੈ ਚੱਲੇ ਹਾਂ। ਨਾਮ ਤੋਂ ਹੀਣੇ ਪੁਰਸ਼, ਜੋ ਨਾਮ ਤੋਂ ਹੀਣੇ ਪੁਰਸ਼ ਹਨ ਸਾਧ ਸੰਗਤ ਜੀ, ਉਹਨਾਂ ਨੂੰ ਜਮ ਧਰਮਰਾਜ ਦੇ ਭਿਆਨਕ ਦੂਤ ਆ ਕੇ ਪਕੜ ਲੈਣਗੇ ਤੇ ਆਪਣੇ ਨਾਲ ਚਲਾਉਣਾ ਕਰਨਗੇ, ਭਾਵ ਆਪਣੇ ਨਾਲ ਲੈ ਕੇ ਪਰਲੋਕ ਨੂੰ ਚਲੇ ਜਾਣਗੇ।
ਉਹ ਆਪਣੇ ਆਉਣ ਦਾ ਕਿਸੇ ਨੂੰ ਭੇਤ ਪਤਾ ਨਹੀਂ ਦਿੰਦੇ, ਭਾਵ ਪਹਿਲਾਂ ਸੁਨੇਹਾ ਨਹੀਂ ਭੇਜਦੇ ਕਿ ਅਸੀਂ ਆ ਰਹੇ ਹਾਂ, ਸਗੋਂ ਜਿਸ ਤਰ੍ਹਾਂ ਅਚਾਨਕ ਬਾਜ ਆਪਣੇ ਸ਼ਿਕਾਰ ਤੇ ਪੈਂਦਾ ਹੈ, ਇਸੇ ਤਰ੍ਹਾਂ ਅੱਖ ਫਰਕਣ ਦੇ ਸਮੇਂ ਵਿੱਚ ਜੰਮ ਆ ਕੇ ਲੈ ਜਾਂਦੇ ਨੇ ਤੇ ਜੀਵ ਨੂੰ ਆਪਣੀ ਮੌਤ ਦਾ ਚਿੱਤ ਚੇਤਾ ਵੀ ਨਹੀਂ ਹੁੰਦਾ, ਆਪਣੀ ਮਸਤੀ ਦੇ ਵਿੱਚ ਕਲੋਲਾਂ ਕਰ ਰਿਹਾ ਹੁੰਦਾ ਏ। ਮਹਾਰਾਜ ਕਹਿੰਦੇ ਨੇ, ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ ਕੇਲ ਕਰਿੰਦੇ ਹੰਝ ਨੂੰ, ਅਚਿੰਤੇ ਬਾਜ ਪਏ ਤਿਸ ਰੱਬ ਦੇ। ਸਭ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਜਦੋਂ ਜਮਦੂਤ ਪਕੜ ਕੇ ਪਰਲੋਕ ਨੂੰ ਚਲਾਇਣ ਭਾਵ ਤੋਰਦੇ ਹਨ, ਇਸ ਭੇਤ ਨੂੰ ਕਿਸੇ ਵੀ ਸੰਬੰਧੀ ਨੂੰ ਨਹੀਂ ਦਿੰਦੇ ਕਿ ਅਸੀਂ ਇਸ ਨੂੰ ਨਰਕ ਪਾਉਣਾ ਕਰਾਂਗੇ। ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ ਚੇਤ ਹਰ ਕਿਸੈ ਨਾ ਮਿਲਿਓ, ਜਾਂ ਜਮ ਪਕੜ ਚਲਾਇਆ। ਇਹ ਅਟਲ ਸੱਚਾਈ ਆ ਸਾਧ ਸੰਗਤ ਜੀ। ਫਿਰ ਲੈ ਜਾਂਦੇ ਨੇ, ਕਿੱਥੇ ਲੈ ਕੇ ਜਾਂਦੇ ਨੇ ਕਿਸੇ ਨੂੰ ਦੱਸਦੇ ਨਹੀਂ। ਤੇ ਸੰਸਾਰ ਦੇ ਵਿੱਚ ਫਿਰ ਕੀ ਹੁੰਦਾ, ਛੱਡ ਖੜੋਤੇ ਖਿਣੇ ਮਾਹੇ, ਜਿਨ ਸਿਉ ਲੱਗਾ ਹੇਤ। ਛੱਡ ਖੜੋਤੇ, ਜਿਨ੍ਹਾਂ ਸੰਬੰਧੀਆਂ ਦੇ ਨਾਲ, ਪਰਿਵਾਰਕ ਮੈਂਬਰਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਸੱਜਣਾ ਮਿੱਤਰਾਂ ਦੋਸਤਾਂ ਦੇ ਨਾਲ ਬੁਰਕੀ ਸਾਂਝੀ ਹੁੰਦੀ ਹੈ, ਸਾਰੀ ਉਮਰ ਬੜਾ ਪਿਆਰ ਬਣਿਆ ਰਹਿੰਦਾ, ਉਹ ਪਲ ਦੇ ਵਿੱਚ ਹੀ ਸਾਥ ਛੱਡ ਕੇ ਪਾਸੇ ਹੋ ਬੈਠਦੇ ਨੇ। ਜਦੋਂ ਸਾਰੇ ਹੀ ਸੰਬੰਧੀ ਮੌਤ ਆਈ ਤੋਂ ਇੱਕ ਛਿਨ ਦੇ ਵਿੱਚ ਛੱਡ ਕੇ ਖੜੋ ਜਾਂਦੇ ਨੇ, ਫਿਰ ਕੋਈ ਸਹਾਇਤਾ ਨਹੀਂ ਕਰਦਾ। ਜਿਨ੍ਹਾਂ ਸੰਬੰਧੀਆਂ ਵਾਸਤੇ ਜੀਵ ਦਿਨ ਰਾਤ ਕਸ਼ਟ ਸਹਾਰ ਕੇ, ਚੋਰੀਆਂ ਕਰਕੇ, ਠੱਗੀਆਂ ਮਾਰ ਕੇ, ਅਨੇਕਾਂ ਤਰ੍ਹਾਂ ਦੇ ਪਾਪ ਕਰਕੇ ਧਨ ਲਿਆਉਂਦਾ ਏ, ਫਿਰ ਉਹ ਸੰਬੰਧੀ ਇਸ ਦਾ ਸਾਥ ਛੱਡ ਜਾਂਦੇ ਨੇ ਤੇ ਪਾਪਾਂ ਦਾ ਲੇਖਾ ਪਰਲੋਕ ਦੇ ਵਿੱਚ ਮਨੁੱਖ ਜੀਵ ਤੋਂ ਇਕੱਲੇ ਤੋਂ ਲਿਆ ਜਾਂਦਾ ਹੈ। ਜਿੱਥੇ ਇਸ ਦਾ ਕਮਾਇਆ ਹੋਇਆ ਧਨ ਖਾਣ ਵਾਲਾ ਕੋਈ ਸੰਬੰਧੀ ਇਸ ਦੀ ਰੱਖਿਆ ਨਹੀਂ ਕਰਦਾ। ਬਹੁ ਪੰਚ ਕਰ ਪਰ ਤਨ ਲਿਆਵੇ, ਸੁਤ ਦਾਰਾ ਭਿਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਬੇਰਾ ਤੇਰੇ ਜੀ ਪੈ ਲੀਜੇ। ਇਹ ਅਟਲ ਸੱਚਾਈ ਹੈ ਸਾਧ ਸੰਗਤ ਜੀ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਹੱਥ ਮਰੋੜੇ ਤਨ ਕਪੈ, ਸਿਆਹੋ ਹੋਆ ਸੇਤ। ਹੱਥ ਮਰੋੜੇ ਤਨ ਕਪੈ, ਮੌਤ ਆਈ ਨੂੰ ਵੇਖ ਕੇ ਮਨੁੱਖ ਬੜਾ ਪਛਤਾਉਂਦਾ ਏ। ਉਸ ਦਾ ਸਰੀਰ ਔਖਾ ਹੁੰਦਾ ਏ, ਕਾਲੇ ਤੋਂ ਚਿੱਟਾ ਪਿਆ ਹੁੰਦਾ ਏ। ਘਬਰਾਹਟ ਦੇ ਨਾਲ ਇੱਕ ਰੰਗ ਆਉਂਦਾ, ਇੱਕ ਰੰਗ ਜਾਂਦਾ ਏ। ਸਾਧ ਸੰਗਤ ਜੀ, ਜਿਸ ਤਰ੍ਹਾਂ ਜਵਾਨ ਉਮਰ ਦੇ ਵਿੱਚ ਹੱਥਾਂ ਨੂੰ ਮਰੋੜਦਾ ਏ ਕਿ ਮੇਰੇ ਬਰਾਬਰ ਦਾ ਬਲ ਕਿਸੇ ਵਿੱਚ ਨਹੀਂ, ਸਿਆਹੋ ਭਾਵ ਕਾਲਾ ਦਾਗ ਨਹੀਂ ਲੱਗਣ ਦਿੰਦਾ, ਚਿੱਟੇ ਕੁੜਤੇ ਪਜਾਮੇ ਨੂੰ ਚਿੱਟਾ ਬਣ ਕੇ ਰਹਿੰਦਾ ਹੈ, ਬਹੁਤ ਹੀ ਸੇਤ ਤੋਂ ਭਾਵ ਚਿੱਟਾ ਬਣ ਕੇ ਰਹਿੰਦਾ ਹੈ, ਉੱਜਲ ਵਸਤਰ ਪਹਿਨਦਾ ਹੈ। ਪਰ ਜਦੋਂ ਬਿਰਧ ਅਵਸਥਾ ਆ ਜਾਂਦੀ ਆ, ਸਰੀਰ ਵਿੱਚ ਬਲ ਨਹੀਂ ਰਹਿੰਦਾ, ਸਰੀਰ ਕੰਬਣ ਲੱਗ ਪੈਂਦਾ ਹੈ, ਜੀਵ ਦਾ ਅੰਤ ਸਮਾਂ ਆਉਂਦਾ ਹੈ। ਜਮ ਸੂਖਮ ਸਰੀਰ ਨੂੰ ਕੱਟ ਕੇ ਜੀਵ ਆਤਮਾ ਨੂੰ ਵੱਖਰਾ ਕਰਦੇ ਨੇ, ਹੱਥਾਂ ਨੂੰ ਮਰੋੜ ਕੇ ਆਪਣਾ ਪੀੜਾ ਦੱਸਦਾ ਹੈ। ਜਿੱਥੇ ਪਹਿਲਾਂ ਸਰੀਰ ਦਾ ਗੋਰਾ ਚਿੱਟਾ ਸੀ, ਉੱਥੇ ਸਰੀਰ ਕਾਲਾ ਹੋ ਜਾਂਦਾ ਹੈ। ਇਹ ਅਟਲ ਸੱਚਾਈ ਹੈ ਸਾਧ ਸੰਗਤ ਜੀ। ਜਦੋਂ ਜੀਵ ਮਨੁੱਖਾ ਜੀਵ ਦੇ ਵਿੱਚੋਂ ਜੀਵ ਆਤਮਾ ਨੂੰ ਕੱਢਦੇ ਨੇ, ਫਿਰ ਹੱਥ ਮਰੋੜੈ ਤਨ ਕਪੇ, ਸਿਆਹ ਹੋਆ ਸੇਤ। ਜਿਹਾ ਬੀਜੈ ਸੋ ਲੂਣੈ, ਕਰਮਾ ਸੰਧੜਾ ਖੇਤ। ਜਿਹਾ ਬੀਜੈ ਸੋ ਲੂਣੈ, ਕਰਮਾ ਸੰਧੜਾ ਖੇਤ। ਇਹ ਮਨੁੱਖਾ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ। ਜੋ ਕੁਝ ਮਨੁੱਖ ਇਸ ਵਿੱਚ ਬੀਜਦਾ, ਉਹੀ ਫਸਲ ਵੱਢਦਾ। ਜਿਹੇ ਕਰਮ ਕਰਦਾ ਹੈ, ਤੇਹਾ ਫਲ ਪਾਉਂਦਾ ਹੈ। ਫਰੀਦਾ ਲੋੜੈ ਦਾਖ ਬਜ਼ੂਰੀਆਂ, ਕਿੱਕਰ ਬੀਜੇ ਜੱਟ, ਹੰਨੇ ਉਨ ਕਦਾਇਂਦਾ ਪੈਂਦਾ ਲੋੜੇ ਪੱਤ। ਜਿਸ ਤਰ੍ਹਾਂ ਜ਼ਿਮੀਂਦਾਰ ਖੇਤ ਵਿੱਚ ਜਿਹੋ ਜਿਹਾ ਬੀਜ ਬੀਜਦਾ ਹੈ, ਉਸ ਨੂੰ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੁੰਦਾ ਹੈ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਥ ਪ੍ਰਭ ਦੇਤ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਥ ਪ੍ਰਭ ਦੇਤ। ਬੋਹਿਥ ਕਹਿੰਦੇ ਨੇ ਜਹਾਜ਼ ਨੂੰ। ਸਤਿਗੁਰ ਜੀ ਫਰਮਾਨ ਕਰਦੇ ਨੇ, ਹੇ ਨਾਨਕ, ਜਿਨ੍ਹਾਂ ਦਾ ਰਾਖਾ ਹੇਤੂ ਗੁਰੂ ਬਣਦਾ ਹੈ, ਉਹਨਾਂ ਦੇ ਪ੍ਰਭੂ ਦੇ ਚਰਨ ਰੂਪ ਜਹਾਜ਼ ਵਿੱਚ ਚੜਾ ਦਿੰਦਾ ਹੈ। ਸਤਿਗੁਰ ਜੀ ਫਰਮਾਨ ਕਰਦੇ ਨੇ, ਜੋ ਜਗਿਆਸੀ ਪ੍ਰਭੂ ਮਾਲਕ ਪਰਮੇਸ਼ਰ ਦੀ ਸ਼ਰਨ ਵਿੱਚ
ਆਉਂਦਾ ਏ ਪ੍ਰਮਾਤਮਾ ਦੇ ਉਸ ਨੂੰ ਆਪਣੇ ਚਰਨਾਂ ਕਮਲਾਂ ਦਾ ਆਸਰਾ ਧਿਆਨ ਰੂਪ ਜਹਾਜ਼ ਤੇ ਸਵਾਰ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਨੇ। ਇਸ ਕਰਕੇ ਇਸ ਪ੍ਰਕਾਰ ਦੀਨ ਮਨ ਹੋ ਕੇ ਬੇਨਤੀ ਕਰੇ, ਹੇ ਪ੍ਰਭੂ ਐਸੀ ਕਿਰਪਾ ਕਰੋ ਕਿ ਆਪਣੇ ਚਰਨਾਂ ਕਮਲਾਂ ਦਾ ਧਿਆਨ ਧਰ ਕੇ ਜਹਾਜ਼ ਜਿਹੜਾ ਆਸਰਾ ਰੂਪ ਬੋਹਿਤ ਭਾਵ ਜਹਾਜ਼ ਬਖਸ਼ਣਾ, ਆਪ ਜੀ ਦੇ ਚਰਨ ਸੰਸਾਰ ਰੂਪ ਸਮੁੰਦਰ ਦੇ ਵਿੱਚ ਪਦਾਰਥਾਂ ਰੂਪ ਪਾਣੀ ਤੋਂ ਕਵਲ ਦੀ ਨਿਆਇ ਨਿਰਲੇਪ ਰੱਖਣ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ ਸਦ ਸੰਗਤ ਜੀਓ। ਅੱਜ ਦੇ ਪਾਵਨ ਉਪਦੇਸ਼ ਦੀ ਆਖਰੀ ਪੰਕਤੀ ਦੇ ਅੰਦਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਉਹ ਭਾਦਰੋਂ ਦੇ ਮਹੀਨੇ ਵਿੱਚ ਨਰਕ 'ਚ ਨਹੀਂ ਪਾਏ ਜਾਂਦੇ, ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦੇ ਨੇ। ਭਾਦਰੋਂ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ, ਉਹ ਜਗਿਆਸੂ ਨਰਕਾਂ ਵਿੱਚ ਨਹੀਂ ਪਾਏ ਜਾਣਗੇ। ਜੋ ਸਤਿਗੁਰਾਂ ਦੇ ਹੇਤ ਪ੍ਰੇਮ ਰੱਖਣ ਵਾਲੇ ਹਨ, ਅਥਵਾ ਜਿਨ੍ਹਾਂ ਨੇ ਮਨੁੱਖਾ ਸਰੀਰ ਰੂਪ ਭਾਦਰੋਂ ਦੇ ਮਹੀਨੇ ਵਿੱਚ ਸਤਿਗੁਰਾਂ ਨਾਲ ਹੇਤ ਪ੍ਰੇਮ ਕਰਨਾ ਕੀਤਾ, ਉਹਨਾਂ ਦੀ ਗੁਰੂ ਰੱਖਣ ਵਾਲਾ ਹੋ ਕੇ ਰੱਖਿਆ ਕਰਦਾ ਹੈ। ਫਿਰ ਉਹ ਮਾਤਾ ਦੇ ਗਰਭ ਰੂਪ ਨਰਕ ਵਿੱਚ ਨਹੀਂ ਪਾਇਆ ਜਾਂਦਾ, ਜੂਨਾ ਰੂਪ ਨਰਕ ਵਿੱਚ ਨਹੀਂ ਪੈਦਾ ਹੁੰਦੇ। ਉਸ ਨੂੰ ਸਤਿਗੁਰੂ ਜੀ ਵਿਸ਼ੇ ਭੋਗਣ ਰੂਪ ਨਰਕ ਵਿੱਚੋਂ ਤੋਂ ਵੀ ਰੱਖ ਲੈਂਦੇ ਨੇ। ਸਤਿਗੁਰ ਗੁਰ ਰਾਖੇ ਸੇ ਉਬਰੇ, ਸਾਚੇ ਸਿਉ ਲਿਵ ਲਾਏ, ਗੁਰ ਰਾਖੇ ਸੇ ਉਬਰੇ, ਸੱਚਾ ਸ਼ਬਦ ਵਿਚਾਰ ਸਦ ਸੰਗਤ ਜੀਓ। ਇਹ ਸਨ ਭਾਦਰੋਂ ਮਹੀਨੇ ਦੀ ਸੰਗਰਾਂਦ ਦੇ ਪਾਵਨ ਪਵਿੱਤਰ ਦਿਹਾੜੇ ਤੇ ਭਾਦਰੋਂ ਮਹੀਨੇ ਦੇ ਸ਼ਬਦ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਸਾਧ ਸੰਗਤ ਜੀ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਇਤਨੀਆਂ ਕੁ ਬੇਨਤੀਆਂ, ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ, ਗੱਜ ਕੇ ਫਤਿਹ ਬੁਲਾਓ ਜੀ। ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।